ਤੁਸੀਂ ਨਾਮ ਸੁਣਿਆ ਹੋਏਗਾ ਅਵਨੀ ਲੇਖਰਾ। ਇਹ ਵੀ ਇੱਕ ਲੜਕੀ ਹੀ ਹੈ ਜਿਹਦੀ ਹਾਲੇ ਉਮਰ 19-20 ਸਾਲ ਦੀ ਹੈ, ਔਰ ਰਾਜਸਥਾਨ ਗਵਰਨਮੈਂਟ ਨੇ ਇਸ ਨੂੰ ਆਪਣਾ ਬ੍ਰਾਂਡ ਅੰਬੈਸਡਰ ਬਣਾਇਆ ਹੈ, ਬੇਟੀ ਬਚਾਓ ਬੇਟੀ ਪੜ੍ਹਾਓ। ਯਾਨੀ ਅੱਜ ਦੇ ਹਾਲਾਤ ਜੋ ਹੈ ਨਾ, ਕਿਸੇ ਧੀ ਜੰਮਦੀ ਹੈ ਤਾਂ ਬੰਦਾ ਕਹਿੰਦਾ ਨੂੰ ਖਤਮ ਕਰ ਦਿਓ, ਸਾਨੂੰ ਪੁੱਤਰ ਚਾਹੀਦਾ ਹੈ, ਉਹਨੂੰ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ। ਹਾਲਾਂਕਿ ਉਹਦੀ ਉਮਰ ਹਾਲੇ 19-20 ਸਾਲ ਦੀ ਹੈ, ਪਰ ਉਹਨਾਂ ਪੈਰਾ ਓਲੰਪਿਕ ਦੇ ਵਿੱਚ 골ਡ ਮੈਡਲ ਜਿੱਤਿਆ ਆਪਣੇ ਦੇਸ਼ ਦੀ ਖਾਤਰ, ਇੰਡੀਆ ਦੀ ਖਾਤਰ। ਜਦੋਂ 11 ਸਾਲ ਦੀ ਸੀ ਤਾਂ ਉਹਦਾ ਇੱਕ ਹਾਦਸੇ ਦੇ ਵਿੱਚ, ਐਕਸੀਡੈਂਟ ਦੇ ਵਿੱਚ ਉਹਦੇ ਕਮਰ ਤੇ ਸੱਟ ਲੱਗੀ, ਜਿਹਦੇ ਨਾਲ ਉਹਨੂੰ ਵੀਲ ਚੇਅਰ ਤੇ ਆਉਣਾ ਪੈ ਗਿਆ। ਸਮਝਦੇ ਹੋ ਕਿ ਨਹੀਂ? ਵੀਲ ਚੇਅਰ ਤੇ ਆਉਣਾ ਪੈ ਗਿਆ, ਪਰ ਉਹ ਬੱਚੀ ਦਾ ਸੁਪਨਾ ਸੀ ਕਿ ਮੈਂ ਆਪਣੇ ਦੇਸ਼ ਵਾਸਤੇ ਕੁਝ ਕਰਨਾ, ਮੈਂ ਓਲੰਪਿਕ ਖੇਲਣਾ ਹੈ। ਤਾਂ ਦੇਖੋ ਉਹਦੇ ਪਿਤਾ ਜੀ ਨੇ ਉਹਦੀ ਪੂਰੀ ਹੈਲਪ ਕੀਤੀ, ਉਹਨੂੰ ਕਦੀ ਨੈਗੇਟਿਵ ਨਹੀਂ ਹੋਣ ਦਿੱਤਾ, ਉਹਨੂੰ ਵਿਸ਼ਵਾਸ ਕਰਨਾ ਸਿਖਾਇਆ ਕਿ ਬੇਟਾ ਫਿਰ ਕੀ ਹੋ ਗਿਆ, ਇਹ ਪੈਰ ਨਹੀਂ ਚੱਲ ਸਕਦੇ, ਪਰ ਇਨਸਾਨ ਦੀ ਹਿੰਮਤ ਹੌਸਲਾ ਹੋਵੇ ਤਾਂ ਇਨਸਾਨ ਸਭ ਕੁਝ ਕਰ ਸਕਦਾ ਹੈ। ਫਿਰ ਪ੍ਰੈਕਟਿਸ ਕਰਵਾਈ, ਮਿਹਨਤ ਕਰਵਾਈ, ਉਹਨੂੰ ਵਿਸ਼ਵਾਸ ਕਰਨਾ ਸਿਖਾਇਆ। ਤਾਂ ਫਿਰ ਉਹਨਾਂ ਸ਼ੂਟਰ ਯਾਨੀ ਹੁੰਦੇ ਨਾ 에ਅਰ ਰਫਲ ਲੈ ਕੇ ਨਿਸ਼ਾਨਾ ਲਾਣਾ, ਤਾਂ ਕਹਿੰਦੇ ਹੈ ਫਿਰ ਉਸਨੇ ਟੋਕੀਓ ਦੇ ਅੰਦਰ ਪੈਰਾ ਓਲੰਪਿਕ ਦੇ ਵਿੱਚ ਜਦੋਂ ਭਾਗ ਲਿਆ ਤਾਂ ਦੇਖੋ ਛੋਟੀ ਜਿਹੀ ਬੱਚੀ ਨੇ, ਹਾਲੇ ਉਹਦੀ ਉਮਰ ਜਿੱਦਾਂ ਦੱਸਿਆ 19-20 ਸਾਲ ਦੀ ਹੈ, ਜਿਹੜੀ ਕਿ ਚੱਲ ਵੀ ਨਹੀਂ ਸਕਦੀ ਔਰ ਵੀਲ ਚੇਅਰ ਤੇ ਹੈ, ਵੀਲ ਚੇਅਰ ਤੇ ਬੈਠੀ ਨੇ ਉਹਨੇ ਆਪਣੇ ਸੁਪਨਿਆਂ ਨੂੰ ਪੂਰਾ ਹੁੰਦੇ ਦੇਖਿਆ, 골ਡ ਮੈਡਲ ਜਿੱਤਿਆ ਔਰ ਦੇਸ਼ ਦਾ ਨਾਮ ਉਸਨੇ ਰੌਸ਼ਨ ਕੀਤਾ। ਔਰ ਉਸਨੇ ਵੀ ਇੱਕੋ ਹੀ ਗੱਲ ਕਹੀ ਹੈ ਕਿ ਕਾਮਯਾਬ ਹੋਣ ਵਾਸਤੇ, ਸਫਲ ਹੋਣ ਵਾਸਤੇ ਸਰੀਰ ਦੇ ਅੰਗਾਂ ਦਾ ਪੂਰੇ ਹੋਣਾ ਜ਼ਰੂਰੀ ਨਹੀਂ ਹੈ, ਪਰ ਸਾਡਾ ਵਿਸ਼ਵਾਸ, ਸਾਡੀ ਹਿੰਮਤ ਇਹ ਪੂਰੀ ਹੋਣੀ ਜ਼ਰੂਰੀ ਹੈ। ਕਿ ਹਿੰਮਤ ਸਾਡੀ ਭਰਪੂਰ ਹੋਵੇ, ਵਿਸ਼ਵਾਸ ਸਾਡਾ ਭਰਪੂਰ ਹੋਵੇ ਤਾਂ ਅਸੀਂ ਅਸੰਭਵ ਨੂੰ ਵੀ ਸੰਭਵ ਕਰ ਸਕਦੇ ਹਾਂ। ਇਹ ਕੁਝ ਘਟਨਾਵਾਂ ਅਗਰ ਅਸੀਂ ਜੀਵਨ ਦੀਆਂ ਦੇਖੀਏ, ਸੱਚੀਆਂ, ਇਹ ਉਹਨਾਂ ਦੇ ਜੀਵਨ ਦੀਆਂ ਸੱਚੀਆਂ ਘਟਨਾਵਾਂ ਹੈ, ਜਿਹੜੇ ਕਿ ਉਹ ਪੀੜਾ 'ਚ ਹੀ ਗੁਜ਼ਰੇ, ਉਹ ਤਕਲੀਫਾਂ ਦੁੱਖਾਂ 'ਚ ਹੀ ਗੁਜ਼ਰੇ, ਪਰ ਉਹਨਾਂ ਨੇ ਆਪਣੇ ਆਪ ਨੂੰ ਕੀ ਕੀਤਾ, ਹਾਰ ਨਹੀਂ ਮੰਨਣ ਦਿੱਤੀ, ਬਲਕਿ ਆਪਣੇ ਆਪ ਨੂੰ ਤਿਆਰ ਕੀਤਾ ਉਹਨਾਂ ਮੁਸ਼ਕਿਲਾਂ ਨੂੰ ਪਾਰ ਕਰਨ ਵਾਸਤੇ, ਉਹਨਾਂ ਮੁਸ਼ਕਿਲਾਂ ਨਾਲ ਲੜਨ ਵਾਸਤੇ ਆਪਣੀ ਹਿੰਮਤ ਨੂੰ, ਆਪਣੇ ਹੌਸਲੇ ਨੂੰ, ਆਪਣੇ ਵਿਸ਼ਵਾਸ ਨੂੰ ਬੜਾ ਕੀਤਾ। ਹੁਣ ਜਿੱਦਾਂ ਸਮਝ ਲਓ ਕਿ ਬੰਦੇ ਨੂੰ ਜੇ ਪਤਾ ਹੀ ਹੋਵੇ ਕਿ ਭਾਈ ਮੇਰੀ ਜੰਗ ਹੈ ਕਿ ਸ਼ੇਰ ਦੇ ਨਾਲ ਮੈਂ ਲੜਨਾ ਹੈ ਜਾਂ ਮੇਰੀ ਜੰਗ ਕਿਸੇ ਦੁਸ਼ਮਣ ਦੇ ਨਾਲ ਹੈ, ਤਾਂ ਹੁਣ ਦੋ ਚੀਜ਼ਾਂ ਹੋ ਸਕਦੀਆਂ, ਜਾਂ ਬੰਦਾ ਡਰ ਕੇ ਬੈਠ ਸਕਦਾ ਹੈ, ਆਪਣੇ ਆਪ ਨੂੰ ਬੰਦਾ ਕਹਿੰਦਾ ਮੈਂ ਮਰ ਗਿਆ, ਇੰਨਾ ਚੰਗਾ ਮੈਂ ਆਤਮ ਹੱਤਿਆ ਹੀ ਕਰ ਲਵਾਂ, ਉਹ ਹਿੰਮਤ ਛੱਡ ਕੇ, ਹੌਸਲਾ ਛੱਡ ਕੇ ਮਰਨ ਦੀ ਕੋਸ਼ਿਸ਼ ਕਰ ਸਕਦਾ ਹੈ। ਤਾਂ ਇੱਕ ਦੂਜਾ ਬੰਦਾ ਹੁੰਦਾ ਜਿਹੜਾ ਤਿਆਰੀ ਕਰਦਾ ਹੈ ਕਿ ਠੀਕ ਹੈ ਜੇ ਮੇਰੀ ਜੰਗ ਹੈ ਤਾਂ ਮੈਂ ਤਿਆਰ ਕਰਾਂ ਆਪਣੇ ਆਪ ਨੂੰ, ਕਿਉਂਕਿ ਜਦੋਂ ਅਸੀਂ ਤਿਆਰੀ ਕਰਦੇ ਹਾਂ ਤਾਂ ਸਾਡੀ ਜਿੱਤਣ ਦੀ ਸੰਭਾਵਨਾ ਕਈ ਗੁਣਾ ਵੱਧ ਜਾਂਦੀ ਹੈ। ਇਸ ਲਈ ਤੁਸੀਂ ਜ਼ਰਾ ਸੋਚੋ, ਆਪਣੇ ਮਾਈਂਡ ਨੂੰ ਇੱਧਰ ਲਿਆਈਏ ਥੋੜਾ ਜਿਹਾ ਕਿ ਕੀ ਮੈਂ ਤਿਆਰੀ ਕਰਦਾ ਹਾਂ, ਕਿ ਮੈਂ ਆਪਣੇ ਬੱਚਿਆਂ ਨੂੰ ਤਿਆਰ ਕਰਦਾ, ਕਿ ਮੈਂ ਆਪਣੇ ਆਪ ਨੂੰ ਤਿਆਰ ਕਰਦਾ ਹਾਂ ਕਾਹਦੇ ਵਾਸਤੇ? ਕਿ ਜ਼ਿੰਦਗੀ ਹੈ, ਇਹ ਜੀਵਨ ਹੈ, ਇਹ ਜੀਵਨ ਵਿੱਚ ਕਿਸੇ ਵੇਲੇ ਵੀ ਕਿਸੇ ਤਰ੍ਹਾਂ ਦੀ ਮੁਸ਼ਕਿਲ ਵੀ ਆ ਸਕਦੀ ਹੈ। ਇਸ ਲਈ ਮੈਂ ਪਹਿਲਾਂ ਹੀ ਆਪਣੇ ਆਪ ਨੂੰ ਤਿਆਰ ਕਰਾਂ ਕਿ ਅਗਰ ਮੇਰੇ ਜੀਵਨ 'ਚ ਕੋਈ ਮੁਸ਼ਕਿਲ ਆਏਗੀ ਜਾਂ ਕਿਸੇ ਤਰ੍ਹਾਂ ਦੀ ਵੀ ਪਰੇਸ਼ਾਨੀ ਆਏਗੀ ਤਾਂ ਮੈਂ ਡਰਨਾ ਨਹੀਂ ਹੈ, ਮੈਂ ਹਾਰਨਾ ਨਹੀਂ ਹੈ, ਬਲਕਿ ਆਪਣੇ ਮਾਲਿਕ ਤੇ ਵਿਸ਼ਵਾਸ ਰੱਖਣਾ ਹੈ ਕਿ ਮੇਰਾ ਮਾਲਿਕ ਮੇਰੇ ਨਾਲ ਹੈ ਤਾਂ ਮੇਰੀ ਜਿੱਤ ਜ਼ਰੂਰ ਹੋਏਗੀ। ਇਹ ਪਹਿਲਾਂ ਹੀ ਆਪਣੇ ਮਾਈਂਡ ਨੂੰ ਤਿਆਰ ਜਦੋਂ ਬੰਦਾ ਕਰ ਲੈਂਦਾ ਨਾ, ਫਿਰ ਮਾੜੀਆਂ ਮੋਟੀਆਂ ਪਰੇਸ਼ਾਨੀਆਂ ਇਨਸਾਨ ਦੇ ਜੀਵਨ 'ਚ ਆ ਵੀ ਜਾਂਦੀਆਂ ਤਾਂ ਬੰਦਾ ਪਰਵਾਹ ਨਹੀਂ ਕਰਦਾ, ਕਿਉਂਕਿ ਉਹਨੂੰ ਪਤਾ ਮੇਰੀ ਤਿਆਰੀ ਹੈ। ਸਮਝਦੇ ਹੋ ਕਿ ਨਹੀਂ? ਪਰ ਜਦੋਂ ਬੰਦਾ ਕਹਿੰਦਾ ਇੱਦਾਂ ਦੀ ਜ਼ਿੰਦਗੀ ਚਾਹੀਦੀ ਜਿਸ 'ਚ ਪਰੇਸ਼ਾਨੀ ਕੋਈ ਹੋਵੇ ਨਾ, ਇੱਦਾਂ ਦੀ ਜ਼ਿੰਦਗੀ ਚਾਹੀਦੀ ਜਿਸ 'ਚ ਮੁਸ਼ਕਿਲ ਕੋਈ ਹੋਵੇ ਨਾ, ਹੁਣ ਇੱਦਾਂ ਦੀ ਸੋਚ ਲੈ ਕੇ ਬੰਦਾ ਚੱਲਦਾ ਹੈ, ਜਦੋਂ ਚੱਲਦੇ ਚੱਲਦੇ ਨੂੰ ਅੱਗੇ ਪਰੇਸ਼ਾਨੀ ਆ ਜਾਂਦੀ ਹੈ, ਕੋਈ ਮੁਸ਼ਕਿਲ ਆ ਜਾਂਦੀ ਹੈ, ਤਾਂ ਫਿਰ ਕੀ ਹੁੰਦਾ ਹੈ? ਬੰਦਾ ਉਹਨੂੰ ਦੇਖ ਕੇ ਡਰ ਜਾਂਦਾ ਕਿ ਮੈਂ ਤਾਂ ਸੋਚਿਆ ਹੀ ਨਹੀਂ ਸੀ ਕਿ ਇੱਦਾਂ ਦੀ ਪਰੇਸ਼ਾਨੀ ਮੇਰੇ ਜੀਵਨ 'ਚ ਆਏਗੀ, ਮੈਂ ਤਾਂ ਸੋਚਿਆ ਨਹੀਂ ਸੀ ਇੱਦਾਂ ਦੀ ਟੈਨਸ਼ਨ ਮੇਰੇ ਜੀਵਨ 'ਚ ਆਏਗੀ, ਪਰ ਇਹ ਅਚਾਨਕ ਆ ਗਈ, ਹੁਣ ਤਾਂ ਮੈਂ ਗਿਆ। ਉਹ ਬੰਦਾ ਕਦੀ ਉਹ ਲੜ ਹੀ ਨਹੀਂ ਪਾਉਂਦਾ, ਅੱਗੇ ਵਧ ਹੀ ਨਹੀਂ ਪਾਉਂਦਾ, ਕਿਉਂਕਿ ਉਹਦੀ ਸੋਚ ਇਹੀ ਸੀਗੀ ਕਿ ਮੈਂ ਜਾਣਾ, ਕੋਈ ਪਰੇਸ਼ਾਨੀ ਆਣੀ ਨਹੀਂ। ਪਰ ਇੱਕ ਦੂਸਰਾ ਬੰਦਾ ਹੈ, ਉਹ ਪਹਿਲਾਂ ਹੀ ਸੋਚਦਾ ਹੈ ਕਿ ਭਾਈ ਜ਼ਿੰਦਗੀ ਹੈ, ਇਹ ਜੀਵਨ ਹੈ, ਔਰ ਜੀਵਨ ਦੇ ਵਿੱਚ ਕਿਸੇ ਵੇਲੇ ਵੀ ਕੋਈ ਮੁਸ਼ਕਿਲ ਆ ਸਕਦੀ ਹੈ, ਕਿਸੇ ਵੇਲੇ ਵੀ ਕੋਈ ਮੁਸ਼ਕਿਲ ਹਾਲਾਤ ਆ ਸਕਦਾ ਹੈ, ਪਰ ਮੈਨੂੰ ਇਹਨਾਂ ਹਾਲਾਤਾਂ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ। ਆਪਣੀ ਹਿੰਮਤ ਨੂੰ, ਆਪਣੇ ਹੌਸਲੇ ਨੂੰ, ਆਪਣੇ ਵਿਸ਼ਵਾਸ ਨੂੰ ਵਧਾਉਣ ਦੀ ਜ਼ਰੂਰਤ ਹੈ। ਜਿੱਦਾਂ ਇੱਥੇ ਸਾਨੂੰ ਇੱਕ ਫਕੀਰ ਦੀ ਬੜੀ ਪਿਆਰੀ ਜੀਵਨ ਦੀ ਇੱਕ ਛੋਟੀ ਜਿਹੀ ਘਟਨਾ ਯਾਦ ਆ ਗਈ ਕਿ ਜਿਸ ਤੋਂ ਕਬੀਰ ਸਾਹਿਬ ਦੇ ਸ਼ਬਦ ਦਾ ਵੀ ਥੋੜਾ ਪਤਾ ਲੱਗ ਜਾਏਗਾ ਕਿ ਕਬੀਰ ਸਾਹਿਬ ਕੀ ਸਮਝਾਉਣਾ ਚਾਹੁੰਦੇ ਹੈ ਕਿ ਕਬੀਰ ਆਤਮ ਗਿਆਨ ਵਿਨ ਜੁੜੇ ਨਾ ਸੁਖ ਸੇ
ਤਾਰ। ਤੁਸੀਂ ਸ਼ਿਵਲੀ ਦਾ ਨਾਮ ਸੁਣਿਆ ਹੋਏਗਾ। ਸ਼ਿਵਲੀ ਜਿਹੜੇ ਇੱਕ ਫਕੀਰ ਹੋਏ ਹੈ। ਸ਼ਿਵਲੀ ਨਾਮ ਦੇ ਜੋ ਫਕੀਰ ਸੀ ਨਾ, ਇਹ ਕਿਹਨਾਂ ਦੇ ਵੇਲੇ ਸੀ ਜਿਨ੍ਹਾਂ ਨੇ ਐਨੁਲ ਹੱਕ ਦੀ ਆਵਾਜ਼ ਦਿੱਤੀ। ਨਾਮ ਪਤਾ ਨਾ ਉਹਨੂੰ ਫਕੀਰਾਂ ਦਾ, ਕਿਹਨਾਂ ਨੇ ਐਨੁਲ ਹੱਕ ਦੀ ਆਵਾਜ਼ ਦਿੱਤੀ ਸੀ? ਸ਼ਾਹ ਮਨਸੂਰ, ਜਿਨ੍ਹਾਂ ਨੇ ਕਿਹਾ ਸੀ ਐਨੁਲ ਹੱਕ, ਮੈਂ ਹੀ ਹੱਕ ਹਾਂ। ਤਾਂ ਲੋਕਾਂ ਨੇ ਕੁਫਰ ਦਾ ਫਤਵਾ ਲਾ ਕੇ ਉਹਨਾਂ ਦੇ ਹੱਥ ਪੈਰ ਕਟਵਾ ਕੇ, ਕੱਲੇ ਕੱਲੇ ਜਿਸਮ ਨੂੰ ਕਟਵਾ ਕੇ ਫਿਰ ਕਹਿੰਦੇ ਫਾਂਸੀ ਚੜਾ ਦਿੱਤਾ। ਔਰ ਜ਼ਿਆਦਾਤਰ ਹੁੰਦਾ ਹੈ ਕਿ ਦਫਨਾਇਆ ਜਾਂਦਾ, ਪਰ ਮਨਸੂਰ ਨੂੰ ਦਫਨਾਇਆ ਨਹੀਂ ਗਿਆ, ਉਹਨਾਂ ਨੂੰ ਸਾੜਿਆ ਗਿਆ। ਸਮਝਣਾ ਜ਼ਰਾ। ਹੁਣ ਸ਼ਿਵਲੀ ਵੀ ਫਕੀਰ ਉਹਨਾਂ ਦੇ ਉਸ ਵੇਲੇ ਸਮੇਂ 'ਚ ਸੀ, ਜਦੋਂ ਸਾਰੇ ਲੋਕ ਮਨਸੂਰ ਦੇ ਪੱਥਰ ਮਾਰ ਰਹੇ ਹੈ, ਕਿਉਂਕਿ ਫਤਵਾ ਲੱਗਾ ਹੈ ਕਿ ਜਿਹੜਾ ਪੱਥਰ ਨਹੀਂ ਮਾਰੇਗਾ ਉਹਨੂੰ ਵੀ ਸਜ਼ਾ ਦਿੱਤੀ ਜਾਏਗੀ। ਤਾਂ ਕਹਿੰਦੇ ਸ਼ਿਵਲੀ ਨੇ ਇੱਕ ਫੁੱਲ ਚੱਕਿਆ ਕਿ ਇੰਨੇ ਲੋਕਾਂ ਦੇ ਵਿੱਚ ਜਿੱਥੇ ਸਾਰੇ ਪੱਥਰ ਮਾਰ ਰਹੇ, ਮੈਂ ਫੁੱਲ ਮਾਰੂ, ਕਿਹੜਾ ਕਿਸੇ ਨੂੰ ਪਤਾ ਲੱਗੇਗਾ, ਪਰ ਇੰਨਾ ਲੱਗ ਜਾਏਗਾ ਵੀ ਕੁਝ ਮਾਰਿਆ ਇਹਨਾਂ ਨੇ। ਫੁੱਲ ਜਦੋਂ ਮਾਰਿਆ ਮਨਸੂਰ ਦੇ ਲੱਗਾ ਤਾਂ ਮਨਸੂਰ ਨੇ ਹਾਏ ਕਿਹਾ। ਤਾਂ ਸ਼ਿਵਲੀ ਬੜਾ ਹੈਰਾਨ ਹੋਇਆ, ਲੋਕੀ ਪੱਥਰ ਮਾਰ ਰਹੇ ਹੱਸ ਰਿਹਾ, ਤਾਂ ਮੇਰੇ ਫੁੱਲ ਮਾਰਨ ਨਾਲ ਹੀ ਹਾਏ ਕਹਿ ਰਿਹਾ ਹੈ। ਤਾਂ ਕਹਿੰਦੇ ਕਿ ਸ਼ਿਵਲੀ ਨੇ ਪੁੱਛਿਆ ਕਿ ਮਨਸੂਰ, ਬਾਕੀ ਪੱਥਰ ਮਾਰ ਰਹੇ, ਤੂੰ ਹਾਏ ਤੱਕ ਨਹੀਂ ਕੀਤੀ, ਮੇਰੇ ਫੁੱਲ ਮਾਰਨ ਨਾਲ ਹੀ ਹਾਏ ਕੀਤੀ, ਇਹ ਕਿਉਂ? ਤਾਂ ਉਸ ਵੇਲੇ ਮਨਸੂਰ ਕਹਿੰਦਾ ਵੀ ਇਹ ਤਾਂ ਅਣਜਾਣ ਹੈ, ਇਹਨਾਂ ਨੂੰ ਨਹੀਂ ਪਤਾ ਕਿ ਮੈਂ ਕਿਸ ਮੰਜ਼ਿਲ ਤੇ ਬੈਠਾ ਹਾਂ। ਮੈਂ ਕਿਉਂ ਐਨੁਲ ਹੱਕ ਬੋਲ ਰਿਹਾ ਹੈ ਕਿ ਮੈਂ ਨਹੀਂ ਬੋਲ ਰਿਹਾ, ਮੇਰੇ ਅੰਦਰ ਬੈਠਾ ਉਹ ਰੱਬ ਹੀ ਬੋਲ ਰਿਹਾ ਹੈ, ਕਿਉਂਕਿ ਮੈਂ ਜਾਣ ਲਿਆ ਕਿ ਉਹੀ ਤਾਂ ਹੈ ਅੰਦਰ। ਇਹ ਤਾਂ ਅਣਜਾਣ ਹੈ, ਇਹ ਤਾਂ ਨਾ ਸਮਝ ਹੈ, ਇਹਨਾਂ ਨੂੰ ਮੇਰੇ ਮਰਤਬੇ ਦਾ ਰੁਤਬੇ ਦਾ ਨਹੀਂ ਪਤਾ। ਪਰ ਸ਼ਿਵਲੀ, ਤੈਨੂੰ ਤਾਂ ਸਭ ਕੁਝ ਪਤਾ, ਤੂੰ ਪਤਾ ਹੁੰਦੇ ਹੋਏ ਵੀ ਪੱਥਰ ਫੁੱਲ ਮਾਰਿਆ, ਉਹਦੀ ਵੀ ਮੈਨੂੰ ਪੀੜਾ ਹੋਈ, ਕਿਉਂਕਿ ਤੈਨੂੰ ਸਭ ਕੁਝ ਪਤਾ ਹੈ। ਜ਼ਰਾ ਸਮਝਣਾ, ਇਹ ਯਾਰਾਂ ਦੋਸਤਾਂ ਦੀਆਂ ਗੱਲਾਂ ਹੁੰਦੀਆਂ। ਕੋਈ ਸ਼ਿਵਲੀ ਔਰ ਮਨਸੂਰ ਦਾ ਬੜਾ ਪਿਆਰ ਸੀ, ਇੰਨਾ ਤਾਂ ਪਤਾ ਹੈ। ਜਿੱਦਾਂ ਕਹਿੰਦੇ ਨਾ, ਕੋਈ ਗੈਰ ਕੁਝ ਵੀ ਕਰ ਦੇਵੇ ਬੰਦੇ ਨੂੰ ਦੁੱਖ ਨਹੀਂ ਲੱਗਦਾ, ਪਰ ਜਿਹਦੇ ਨਾਲ ਪਿਆਰ ਬੰਦਾ ਕਰਦਾ ਨਾ, ਆਪਣਾ ਮਾੜਾ ਜਿਹਾ ਵੀ ਕਰੇ, ਬੰਦਾ ਕਹਿੰਦਾ ਤੂੰ ਤਾਂ ਮੇਰੇ ਦਿਲ 'ਚ ਰਹਿੰਦਾ ਸੀ, ਤੂੰ ਤਾਂ ਮੈਨੂੰ ਸਮਝਦਾ ਸੀ, ਤੂੰ ਵੀ ਮੇਰੇ 'ਤੇ ਯਕੀਨ ਨਹੀਂ ਕੀਤਾ। ਉਹਦੀ ਤਕਲੀਫ ਜ਼ਿਆਦਾ ਹੁੰਦੀ ਹੈ, ਸਮਝਦੇ ਹੋ ਕਿ ਨਹੀਂ? ਹੁਣ ਸ਼ਿਵਲੀ ਦੇ ਦਿਲ 'ਚ ਇਹ ਗੱਲ ਅਸਰ ਕਰ ਗਈ, ਪਛਤਾਵਾ ਹੋਇਆ। ਪਰ ਹੁਣ ਕੀ ਕੀਤਾ ਜਾਵੇ? ਹੁਣ ਤਾਂ ਜੋ ਹੋਣਾ ਸੀ ਉਹ ਹੋ ਗਿਆ। ਹੁਣ ਕਹਿੰਦੇ ਮਨਸੂਰ ਨੂੰ ਜਦੋਂ ਕਤਲ ਕੀਤਾ ਗਿਆ, ਸ਼ਹੀਦ ਕੀਤਾ ਗਿਆ ਸ਼ਾਹ ਮਨਸੂਰ ਨੂੰ, ਔਰ ਉਹਨਾਂ ਦੇ ਜਿਸਮ ਨੂੰ ਸਾੜਿਆ ਗਿਆ। ਹੁਣ ਰਾਖ ਪਈ ਹੋਈ ਹੈ ਉਹਨਾਂ ਦੇ ਜਿਸਮ ਦੀ। ਤਾਂ ਸ਼ਿਵਲੀ ਤੋਂ ਦੇਖਿਆ ਨਹੀਂ ਗਿਆ ਕਿ ਐਡਾ ਰੱਬ ਦਾ ਪਿਆਰਾ ਫਕੀਰ ਹੋਵੇ ਤੇ ਇਹਦੀ ਰਾਖ ਲੋਕਾਂ ਦੇ ਪੈਰਾਂ 'ਚ ਜਾਵੇ। ਸ਼ਿਵਲੀ ਰਾਤ ਨੂੰ ਆਏ ਔਰ ਉਹਨਾਂ ਨੇ ਉਹ ਰਾਖ ਨੂੰ ਇਕੱਠਾ ਕਰਕੇ ਘੜੇ 'ਚ ਪਾ ਲਿਆ। ਜਦੋਂ ਘੜੇ 'ਚ ਪਾ ਕੇ ਲੈ ਗਏ ਕਿ ਇਹਨੂੰ ਮੈਂ ਕਿਤੇ ਚੰਗੀ ਜਗ੍ਹਾ, ਜਿੱਦਾਂ ਬੰਦਾ ਕਹਿੰਦਾ ਜਲ ਪਰਵਾਹ ਕਰੂੰਗਾ ਜਾਂ ਚੰਗੀ ਜਗ੍ਹਾ ਕਰੂੰਗਾ, ਕਿ ਰੱਬ ਦੇ ਆਸ਼ਿਕ ਦੀ ਰਾਖ ਹੈ, ਲੋਕਾਂ ਦੇ ਪੈਰਾਂ ਥੱਲੇ ਨਹੀਂ ਜਾਣੀ ਚਾਹੀਦੀ। ਹੁਣ ਜਿਹੜੀ ਗਲਤੀ ਕਰਨੀ ਸੀ ਉਹ ਤਾਂ ਮੈਂ ਕਰ ਚੁੱਕਾ, ਪਰ ਜੋ ਮੈਂ ਹੁਣ ਅੱਛਾ ਕਰ ਸਕਦਾ ਉਹ ਤਾਂ ਕਰਾਂ। ਪਰ ਕਹਿੰਦੇ ਦੇਖਣ ਵਾਲੇ ਨੇ, ਕਿਸੇ ਨੇ ਦੇਖ ਲਿਆ ਕਿ ਸ਼ਿਵਲੀ ਨੇ ਮਨਸੂਰ ਦੀ ਰਾਖ ਸੰਭਾਲੀ ਹੈ। ਉਹਦੀ ਵੀ ਸ਼ਿਕਾਇਤ ਜਾ ਕੇ ਬਾਦਸ਼ਾਹ ਕੋ ਕਰ ਦਿੱਤੀ, ਯਾਨੀ ਉਹਨਾਂ ਕਾਜ਼ੀਆਂ ਕੋ ਕਰ ਦਿੱਤੀ ਜਿਨ੍ਹਾਂ ਨੇ ਫਤਵਾ ਲਾਇਆ ਸੀ। ਜਦੋਂ ਉਹਨਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਕਿਹਾ ਮਨਸੂਰ ਨੂੰ ਖਤਮ ਕੀਤਾ, ਤਾਂ ਜੇ ਕਿਤੇ ਸ਼ਿਵਲੀ ਵਰਗਾ ਵੀ ਉੱਠ ਗਿਆ ਤਾਂ ਫਿਰ ਲੋਕਾਂ ਨੂੰ ਭਰਮਾਏਗਾ। ਇਸ ਲਈ ਕਿਹਾ ਜਾਂਦਾ ਹੈ ਕਿ ਸ਼ਿਵਲੀ ਨੂੰ ਵੀ ਕੀ ਕੀਤਾ ਗਿਆ? ਪਕੜਿਆ ਗਿਆ, ਬੁਲਾਇਆ ਗਿਆ, ਔਰ ਉਹਨੂੰ ਕੀ ਸਜ਼ਾ ਦਿੱਤੀ ਗਈ ਕਿ ਇਹਨੂੰ ਸ਼ੇਰ ਦੇ ਪਿੰਜਰੇ ਸੁੱਟੋ, ਭੁੱਖੇ ਸ਼ੇਰ ਦੇ ਮੂਹਰੇ ਸੁੱਟੋ, ਉਹ ਸ਼ੇਰ ਇਹਨੂੰ ਖਾ ਲੇਗਾ। ਔਰ ਇਹਦਾ ਵੀ ਕਿੱਸਾ ਖਤਮ ਕਿ ਮਨਸੂਰ ਨੂੰ ਤਾਂ ਫਿਰ ਸਾੜਿਆ ਗਿਆ, ਉਹਦੀ ਰਾਖ ਤਾਂ ਬਚੀ, ਇਹਨੂੰ ਸ਼ੇਰ ਨੂੰ ਹੀ ਖਿਲਾਓ ਤਾਂ ਕਿ ਇਹਦੀ ਰਾਖ ਦਾ ਵੀ ਨਾਮੋ ਨਿਸ਼ਾਨ ਨਾ ਮਿਲੇ। ਜ਼ਰਾ ਕਹਾਣੀ ਸਮਝਣੀ ਹੈ। ਕਿਉਂਕਿ ਕੁਝ ਘਟਨਾਵਾਂ ਫਕੀਰਾਂ ਦੇ ਜੀਵਨ ਦੀਆਂ ਸਾਨੂੰ ਗਿਆਨ ਦਿੰਦੀਆਂ ਹੈ, ਸਾਨੂੰ ਸਮਝਾਉਂਦੀਆਂ ਹੈ ਕਿ ਅਗਰ ਸਾਡੇ ਜੀਵਨ ਦੇ ਵਿੱਚ ਮੁਸੀਬਤਾਂ ਆਉਣ, ਪਰੇਸ਼ਾਨੀਆਂ ਆਉਣ, ਤਕਲੀਫਾਂ ਆਉਣ, ਤੇ ਅਸੀਂ ਉਹਨਾਂ ਤਕਲੀਫਾਂ ਚੋਂ ਨਿਕਲ ਕਿੱਦਾਂ ਸਕਦੇ ਹਾਂ। ਕਹਿੰਦੇ ਸ਼ਿਵਲੀ ਨੂੰ ਜਦੋਂ ਸ਼ੇਰ ਦੇ ਪਿੰਜਰੇ 'ਚ ਪਾਇਆ ਗਿਆ, ਉਧਰੋਂ ਸ਼ੇਰ ਨੂੰ ਉਹਦੀ ਤਰਫ ਛੱਡਿਆ ਗਿਆ, ਕਿਉਂਕਿ ਕਿੱਦਾਂ ਦਾ ਪਿੰਜਰਾ ਹੁੰਦਾ ਹੈ ਕਿ ਜਿਹਦੇ ਪਿੱਛੇ ਵੀ ਇੱਕ ਦਰਵਾਜ਼ਾ ਹੁੰਦਾ ਔਰ ਸ਼ੇਰ ਅੰਦਰ ਹੁੰਦਾ, ਦਰਵਾਜ਼ਾ ਖੋਲ੍ਹਿਆ ਜਾਂਦਾ ਤਾਂ ਸ਼ੇਰ ਪਿੰਜਰੇ 'ਚ ਆ ਜਾਂਦਾ ਹੈ। ਹੁਣ ਸ਼ਿਵਲੀ ਨੂੰ ਪਹਿਲਾਂ ਪਿੰਜਰੇ 'ਚ ਬੰਨ੍ਹ ਦਿੱਤਾ ਗਿਆ, ਔਰ ਫਿਰ ਉਹ ਛੋਟਾ ਦਰਵਾਜ਼ਾ ਖੋਲ੍ਹਿਆ ਗਿਆ ਜਿੱਥੋਂ ਸ਼ੇਰ ਨੇ ਅੰਦਰ ਪ੍ਰਵੇਸ਼ ਕਰਨਾ ਸੀ। ਸਾਹਮਣੇ ਸ਼ੇਰ ਜਦੋਂ ਚੱਕਿਆ, ਪ੍ਰਵੇਸ਼ ਕੀਤਾ, ਸ਼ੇਰ ਸ਼ਿਵਲੀ ਤਰਫ ਆ ਰਿਹਾ ਹੈ। ਤਾਂ ਉਸ ਲਈ ਸ਼ਿਵਲੀ ਨੇ ਜਦੋਂ ਦੇਖਿਆ ਤਾਂ ਆਪਣੀ ਅੱਖਾਂ ਬੰਦ ਕਰ ਲਈਆਂ ਔਰ ਆਪਣੀ ਤਾਰ ਆਪਣੇ ਮਾਲਕ ਦੇ ਨਾਲ ਜੋੜ ਲਈ, ਆਪਣੇ ਰੱਬ ਦੇ ਨਾਲ ਆਪਣੀ ਤਾਰ ਜੋੜ ਲਈ। ਜਦੋਂ ਰੱਬ ਦੇ ਨਾਲ ਤਾਰ ਜੋੜੀ ਤਾਂ ਉਸ ਲਈ ਦੱਸਿਆ ਜਾਂਦਾ ਕਿ ਸ਼ੇਰ ਜਿਹੜਾ ਆ ਰਿਹਾ ਸੀ ਨਾ ਬੜੇ ਖੁੰਖਾਰ ਤਰੀਕੇ ਦੇ ਨਾਲ,
ਜਦੋਂ ਸ਼ਿਵਲੀ ਨੇ ਅੱਖਾਂ ਬੰਦ ਕਰਕੇ ਆਪਣੇ ਮਾਲਿਕ ਦੇ ਨਾਲ ਆਪਣੀ ਤਾਰ ਜੋੜ ਲਈ, ਆਪਣੇ ਪਰਮ ਪਿਤਾ ਪਰਮਾਤਮਾ ਨਾਲ ਤਾਰ ਜੋੜ ਲਈ, ਤਾਂ ਉਸ ਵੇਲੇ ਉਹ ਸ਼ੇਰ ਵੀ ਆ ਕੇ ਸ਼ਾਂਤ ਹੋ ਕੇ ਉਹਦੇ ਕੋਲ ਬਹਿ ਗਿਆ। ਸ਼ੇਰ ਨੇ ਕੁਝ ਨਹੀਂ ਕਿਹਾ, ਸ਼ਾਂਤ ਹੋ ਕੇ ਬਹਿ ਗਿਆ। ਔਰ ਜਦੋਂ ਸ਼ਿਵਲੀ ਨੇ ਅੱਖਾਂ ਖੋਲੀਆਂ, ਸ਼ੇਰ ਨੂੰ ਸ਼ਾਂਤ ਹੋਇਆ ਦੇਖਿਆ, ਤਾਂ ਜਿਹੜੇ ਹੋਰ ਵੀ ਲੋਕ ਸੀ ਨਾ, ਉਹ ਵੀ ਹੈਰਾਨ ਰਹਿ ਗਏ ਕਿ ਵਾਕਈ ਇਹ ਫਕੀਰ ਕੋਈ ਕਰਨੀ ਵਾਲਾ ਹੈ, ਕਿ ਭੁੱਖਾ ਸ਼ੇਰ ਵੀ ਜਿਹੜਾ ਕਿ ਇਹ ਤੇ ਝਪਟਣ ਵਾਲਾ ਸੀ, ਇਹਨੂੰ ਖਾਣ ਵਾਲਾ ਸੀ, ਉਹ ਵੀ ਇਹਦੇ ਕੋਲ ਪਾਲਤੂ ਕੁੱਤੇ ਦੀ ਤਰ੍ਹਾਂ ਆ ਕੇ ਬਹਿ ਗਿਆ। ਤਾਂ ਮਤਲਬ ਇਹ ਫਕੀਰ ਕੋਈ ਮਾਮੂਲੀ ਨਹੀਂ ਹੈ, ਕਿਤੇ ਕੋਈ ਬਦਦੁਆ ਨਾ ਦੇ ਦੇਵੇ। ਇਸ ਲਈ ਡਰਦਿਆਂ ਨੇ ਫਿਰ ਸ਼ਿਵਲੀ ਨੂੰ ਛੱਡ ਦਿੱਤਾ। ਤਾਂ ਸ਼ਿਵਲੀ ਦੇ ਪਿਆਰਿਆਂ ਨੇ ਜਦੋਂ ਪੁੱਛਿਆ ਕਿ ਮਹਾਰਾਜ ਐਡਾ ਵੱਡਾ ਸ਼ੇਰ ਤੁਹਾਡੇ ਨਾਲ ਆ ਰਿਹਾ ਸੀ, ਤਾਂ ਤੁਹਾਨੂੰ ਡਰ ਨਹੀਂ ਲੱਗਾ? ਤਾਂ ਸ਼ਿਵਲੀ ਕਹਿੰਦੇ ਸੱਚ ਦੱਸਾਂ, ਜਦੋਂ ਮੈਂ ਸ਼ੇਰ ਨੂੰ ਦੇਖਿਆ ਮੈਨੂੰ ਡਰ ਲੱਗਾ। ਜਦੋਂ ਦੇਖਿਆ ਨਾ ਸਾਹਮਣੇ ਸ਼ੇਰ ਆ ਰਿਹਾ ਹੈ, ਮੈਨੂੰ ਡਰ ਲੱਗਾ, ਮੈਨੂੰ ਕਿ ਹੁਣ ਮੈਂ ਗਿਆ। ਪਰ ਫਿਰ ਮੈਂ ਆਪਣੀ ਅੱਖਾਂ ਬੰਦ ਕਰਕੇ ਸ਼ੇਰ ਦੀ ਤਰਫੋਂ ਧਿਆਨ ਹਟਾ ਕੇ ਆਪਣੇ ਉਹ ਮਾਲਿਕ ਨਾਲ ਧਿਆਨ ਜੋੜ ਲਿਆ। ਔਰ ਜਦੋਂ ਮੇਰਾ ਧਿਆਨ ਮਾਲਿਕ ਨਾਲ ਜੁੜਿਆ, ਉਹ ਪ੍ਰਮਾਤਮਾ ਨਾਲ ਜੁੜਿਆ, ਤਾਂ ਮੈਨੂੰ ਉਹ ਬਲ ਮਿਲਿਆ, ਉਹ ਤਾਕਤ ਮਿਲੀ ਕਿ ਆਵਾਜ਼ ਆਈ, ਸ਼ਿਵਲੀ ਪਹਿਲਾਂ ਤੂੰ ਦੁਨੀਆ ਵੱਲ ਦੇਖਦਾ ਸੀ ਤਾਂ ਡਰ ਸੀ, ਪਰ ਹੁਣ ਤੂੰ ਮੇਰੇ ਵੱਲ ਦੇਖ ਲਿਆ, ਹੁਣ ਤੈਨੂੰ ਡਰਨ ਦੀ ਲੋੜ ਨਹੀਂ, ਕਿਉਂਕਿ ਮੈਂ ਹਰ ਜਗ੍ਹਾ ਤੇਰੀ ਹਿਫਾਜ਼ਤ ਕਰਨ ਵਾਲਾ। ਹੁਣ ਰੱਬ ਵੱਲ ਦੇਖਣ ਦਾ ਮਤਲਬ ਕੀ ਹੈ? ਰੱਬ ਵੱਲ ਦੇਖਣ ਦਾ ਮਤਲਬ ਹੈ ਆਪਣੇ ਅੰਦਰ ਦੇਖਣਾ, ਕਿਉਂਕਿ ਰੱਬ ਕਿੱਥੇ ਹੈ, ਪਰਮਾਤਮਾ ਕਿੱਥੇ ਹੈ ਤਾਂ ਹਰ ਜਗ੍ਹਾ ਹੀ। ਪਰ ਜਦ ਵੀ ਤੁਹਾਡੀ ਉਹਦੇ ਨਾਲ ਮੁਲਾਕਾਤ ਹੋਣੀ ਤਾਂ ਅੰਦਰ ਉਤਰ ਕੇ ਹੋਣੀ ਹੈ, ਅੰਦਰ ਸੁਰਤੀ ਨੂੰ ਜੋੜ ਕੇ ਹੋਣੀ ਹੈ। ਇਸ ਲਈ ਤੁਹਾਡੇ ਜੀਵਨ 'ਚ ਵੀ ਜਦੋਂ ਕੋਈ ਮੁਸੀਬਤ ਆਵੇ ਨਾ, ਲੱਗੇ ਕਿ ਅੱਗੇ ਕੋਈ ਔਖਾ ਵਕਤ ਆਉਣ ਵਾਲਾ ਹੈ, ਜਿੱਦਾਂ ਫਰਜ਼ ਕਰੋ ਬੱਚੇ ਨੂੰ ਹੁੰਦਾ ਕਿ ਪੇਪਰ ਆਉਣ ਵਾਲੇ ਆ, ਕੋਈ ਟੈਸਟ ਆਉਣ ਵਾਲਾ, ਕੋਈ ਇੰਟਰਵਿਊ ਆਉਣ ਵਾਲੀ ਹੈ, ਜਾਂ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਮੈਂ ਕੰਮ ਕਰਨਾ ਹੈ, ਤਾਂ ਮੈਨੂੰ ਲੱਗਦਾ ਬੜਾ ਮੁਸ਼ਕਿਲ, ਤਾਂ ਉਸ ਵੇਲੇ ਥੋੜੀ ਦੇਰ ਵਾਸਤੇ ਅੱਖਾਂ ਬੰਦ ਕਰ ਲਓ। ਇਹੀ ਤਾਂ ਇੱਕ ਗੱਲ ਕਵਾਂਗੇ ਕਿ ਆਪਣੇ ਆਪ ਨੂੰ ਨਾ ਕਦੀ ਕਦੀ 24 ਘੰਟੇ 'ਚ ਇੱਕ ਤੋਹਫਾ ਦਿਆ ਕਰੋ, ਗਿਫਟ ਦਿਆ ਕਰੋ ਆਪਣੇ ਆਪ ਨੂੰ। ਉਹ ਗਿਫਟ ਕੀ ਹੈ? ਪਤਾ ਕੀ ਦੇਖੋ ਦੇਣਾ ਆਪਣੇ ਆਪ ਨੂੰ ਕਿ ਥੋੜੀ ਦੇਰ ਬਹਿ ਕੇ ਮੈਂ ਆਪਣੇ ਮਾਲਿਕ ਦੇ ਨਾਲ ਤਾਰ ਜੁੜਾਂ, ਤਾਂ ਕਿ ਉੱਥੋਂ ਮੈਨੂੰ ਰਹਿਮਤ ਮਿਲੇ। ਕਿਉਂਕਿ ਜਿੱਦਾਂ ਪਹਿਲਾਂ ਹੀ ਦੱਸਿਆ ਕਿ ਰਹਿਮਤ ਹੀ ਸਭ ਤੋਂ ਬੜਾ ਤੋਹਫਾ ਹੁੰਦਾ ਹੈ। ਜੇ ਤੁਸੀਂ ਥੋੜੀ ਦੇਰ ਵੀ ਬਹਿ ਕੇ ਅੱਖਾਂ ਬੰਦ ਕਰਕੇ ਆਪਣੇ ਮਾਲਿਕ ਦੇ ਨਾਲ ਆਪਣੀ ਸੁਰਤੀ ਜੋੜ ਲੈਂਦੇ ਹੋ ਨਾ, ਤਾਂ ਸਮਝ ਲਓ ਤੁਸੀਂ ਆਪਣੇ ਆਪ ਨੂੰ ਉਹ ਗਿਫਟ ਦੇ ਰਹੇ ਹੋ ਆਪਣੇ ਮਾਲਿਕ ਦੀ ਰਹਿਮਤ ਦਾ, ਕਿ ਜਿਹਨੇ ਤੁਹਾਨੂੰ ਹਰ ਮੁਸ਼ਕਿਲ ਚੋਂ ਬਚਾਉਣਾ ਹੈ, ਹਰ ਮੁਸ਼ਕਿਲ ਚੋਂ ਕੱਢਣਾ ਹੈ। ਏਦਾਂ ਹੀ ਜਰਮਨ ਦੇ ਅੰਦਰ ਇੱਕ ਸੰਤ ਹੋਇਆ ਏਕ ਹਾਰਟ, ਜਿਹਨਾਂ ਦਾ ਨਾਮ ਸੀ ਮਾਸਟਰ ਏਕ ਹਾਰਟ ਵੀ ਉਹਨਾਂ ਨੂੰ ਕਿਹਾ ਜਾਂਦਾ ਹੈ। ਕਿਉਂ ਵੀ ਇੱਕ ਦਿਨ ਉਹਨਾਂ ਦੇ ਜੀਵਨ ਦੀ ਵੀ ਬੜੀ ਪਿਆਰੀ ਗੱਲ ਹੈ ਕਿ ਇੱਕ ਦਿਨ ਨਾ ਜੰਗਲ ਦੇ ਵਿੱਚ ਉਹ ਬੈਠੇ ਹੋਏ ਆ ਪੇੜ ਦੇ ਥੱਲੇ ਅੱਖਾਂ ਬੰਦ ਕਰਕੇ, ਤਾਂ ਉੱਥੇ ਕੁਝ ਨੌਜਵਾਨ ਚਲੇ ਗਏ ਸ਼ਿਕਾਰ ਖੇਡਣ ਵਾਸਤੇ। ਇਹ ਜਰਮਨ ਦੀ ਗੱਲ ਹੈ, ਜਰਮਨੀ ਦੀ। ਸ਼ਿਕਾਰ ਖੇਡਣ ਵਾਸਤੇ ਗਏ। ਜਦੋਂ ਨੌਜਵਾਨ ਸ਼ਿਕਾਰ ਕਰਦੇ ਕਰਦੇ ਉਸ ਜਗ੍ਹਾ ਪਹੁੰਚੇ ਜਿੱਥੇ ਏਕ ਹਾਰਟ ਬੈਠੇ ਹੋਏ ਸੀ ਪੇੜ ਦੇ ਥੱਲੇ, ਘਣਾ ਜੰਗਲ ਹੈ, ਪਰ ਉਹ ਅੱਖਾਂ ਬੰਦ ਕਰਕੇ ਬੜੀ ਸ਼ਾਂਤੀ ਨਾਲ ਬੈਠੇ ਹੈ। ਇਹ ਨੌਜਵਾਨ ਬੜੇ ਹੈਰਾਨ ਹੋਏ ਕਿ ਕਮਾਲ ਦੀ ਗੱਲ ਹੈ, ਇਹ ਕਿਹੜਾ ਫਕੀਰ ਹੈ, ਕਿਹੜਾ ਬਾਬਾ ਹੈ ਇਹ, ਕਿ ਜਿਹੜਾ ਜੰਗਲ 'ਚ ਅੱਖਾਂ ਬੰਦ ਕਰਕੇ ਬੇਫਿਕਰ ਹੋ ਕੇ ਬੈਠਾ। ਇੰਨੇ ਜੰਗਲੀ ਜਾਨਵਰ ਚਾਰੋਂ ਪਾਸੇ, ਇੰਨੇ ਜੰਗਲੀ ਜਾਨਵਰ, ਇੰਨਾ ਖੁੰਖਾਰ ਜੰਗਲ, ਉਰੇ ਬੇਫਿਕਰ ਹੋ ਕੇ ਅੱਖਾਂ ਬੰਦ ਕਰਕੇ ਬੈਠਾ ਹੈ। ਇਹਨੂੰ ਕੋਈ ਡਰ ਹੀ ਨਹੀਂ ਹੈ ਕਿ ਕੋਈ ਜਾਨਵਰ ਆ ਕੇ ਖਾ ਲੇਗਾ, ਕੋਈ ਸੱਪ ਆ ਕੇ ਡਸ ਲਏਗਾ, ਕੋਈ ਸ਼ੇਰ, ਚੀਤਾ, ਭੇੜੀਆ, ਕੋਈ ਲੂੰਬੜੀ, ਯਾਨੀ ਕਿਸੇ ਤਰ੍ਹਾਂ ਦਾ ਵੀ ਕੋਈ ਜਾਨਵਰ ਆ ਕੇ ਮੇਰੇ ਤੇ ਹਮਲਾ ਕਰਦੇ, ਇਹਨੂੰ ਡਰ ਹੀ ਕੋਈ ਨਹੀਂ। ਅਸੀਂ 4 ਜਣੇ ਹੱਥ 'ਚ ਬੰਦੂਕਾਂ ਆ, ਯਾਨੀ ਹੱਥ 'ਚ ਹਥਿਆਰ ਹੈ, ਫਿਰ ਵੀ ਅਸੀਂ ਆਲੇ ਦੁਆਲੇ ਦੇਖ ਰਹੇ ਕਿਤੇ ਇੱਧਰੋਂ ਹਮਲਾ ਨਾ ਹੋ ਜਾਵੇ, ਕਿਤੇ ਇੱਧਰੋਂ ਹਮਲਾ ਨਾ ਹੋ ਜਾਵੇ, ਪੂਰੇ ਚੁਕੰਨੇ ਹੋ ਕੇ ਜਾ ਰਹੇ ਹਾਂ। ਔਰ ਇਹ ਹੈ ਕਿ ਅੱਖਾਂ ਬੰਦ ਕਰਕੇ ਬੇਫਿਕਰ ਹੋ ਕੇ ਬੈਠਾ ਹੈ। ਕਹਿੰਦੇ ਉਹ ਨੌਜਵਾਨਾਂ ਨੂੰ ਬੜੀ ਹੈਰਾਨੀ ਹੋਈ। ਨੌਜਵਾਨ ਸੰਤਾਂ ਕੋਲ ਗਏ ਔਰ ਜਾ ਕੇ ਕੋਲ ਬਹਿ ਗਏ, ਜਾ ਕੇ ਕੋਲ ਬੈਠ ਗਏ। ਇੱਧਰ ਸੰਤ ਏਕ ਹਾਰਟ ਨੇ ਅੱਖਾਂ ਖੋਲੀਆਂ। ਜਦੋਂ ਨੌਜਵਾਨਾਂ ਨੂੰ ਕੋਲ ਬੈਠੇ ਦੇਖਿਆ ਤਾਂ ਪੁੱਛਿਆ, ਹਾਂ ਬੱਚੋ ਦੱਸੋ। ਉਹ ਕਹਿੰਦੇ ਕੁਛ ਨਹੀਂ ਮਹਾਰਾਜ, ਬਸ ਦੇਖਿਆ ਤੁਹਾਨੂੰ ਜੰਗਲ 'ਚ ਤੁਸੀਂ ਇਕੱਲੇ ਬੈਠੇ ਹੋ, ਤੇ ਅਸੀਂ ਸੋਚਿਆ ਇਹ ਇਕੱਲੇ ਬੈਠੇ, ਚਲੋ ਇਹਨਾਂ ਦਾ ਸਾਥ ਦੇ ਦਈਏ। ਇਕੱਲੇ ਬੈਠੇ ਕਿਤੇ ਡਰਦੇ ਨਾ ਹੋਣ ਕੋਈ, ਕਿਉਂਕਿ ਇਕੱਲਾ ਬੰਦਾ, ਐਡਾ ਭਾਰਾ ਜੰਗਲ, ਡਰ ਹੁੰਦਾ ਹੀ ਆ ਅੰਦਰ, ਮੈਂ ਇਕੱਲਾ, ਇਸ ਲਈ ਸੋਚਿਆ ਤੁਹਾਡਾ ਸਾਥ ਦੇ ਦਈਏ, ਤਾਂ ਤੁਹਾਡੇ ਕੋਲ ਆ ਕੇ ਬਹਿ ਗਏ ਆ, ਨਹੀਂ ਤਾਂ ਸਾਨੂੰ ਕੋਈ ਜ਼ਰੂਰਤ ਨਹੀਂ ਹੈ। ਜਿੱਦਾਂ ਬੰਦਾ ਕਹਿੰਦਾ ਹਾਂ ਦੱਸੋ, ਵੀ ਅਸੀਂ ਕੋਈ ਜ਼ਰੂਰਤ ਵਾਸਤੇ ਨਹੀਂ ਆਏ, ਬਸ ਤੁਹਾਨੂੰ ਇਕੱਲੇ ਬੈਠਿਆਂ ਦੇਖਿਆ, ਸੋਚਿਆ ਤੁਹਾਡਾ ਸਾਥ ਦੇ ਦਈਏ। ਤਾਂ ਉਸ ਵੇਲੇ ਸੰਤ ਏਕ ਹਾਰਟ ਨੇ ਬੜੀ ਪਿਆਰੀ ਗੱਲ ਕਹੀ। ਉਹ ਕਹਿੰਦੇ ਮੈਂ ਇਕੱਲਾ ਨਹੀਂ ਸੀ, ਮੈਂ ਇਕੱਲਾ ਨਹੀਂ ਸੀ, ਹੁਣ ਮੈਂ ਇਕੱਲਾ ਹੋ ਗਿਆ।
ਸਮਝਣਾ ਜ਼ਰਾ, ਇਹ ਗੱਲ ਬੜੀ ਪਿਆਰੀ ਹੈ, ਸਮਝਣ ਵਾਲੀ, ਬੜੀ ਗਹਿਰਾਈ ਹੈ ਇਹਦੇ ਅੰਦਰ। ਉਹ ਨੌਜਵਾਨ ਕਹਿੰਦੇ ਮਹਾਰਾਜ ਪਹਿਲਾਂ ਤੁਸੀਂ ਇਕੱਲੇ ਸੀ, ਹੁਣ ਅਸੀਂ ਕੋਲ ਆ, ਔਰ ਤੁਸੀਂ ਕਹਿੰਦੇ ਪਹਿਲਾਂ ਮੈਂ ਇਕੱਲਾ ਨਹੀਂ ਸੀ ਪਰ ਹੁਣ ਮੈਂ ਇਕੱਲਾ ਹੋ ਗਿਆ। ਹੁਣ ਤਾਂ ਅਸੀਂ ਤੁਹਾਡੇ ਕੋਲ ਆ, ਪਹਿਲਾਂ ਤੁਸੀਂ ਇਕੱਲੇ ਸੀ, ਹੁਣ ਅਸੀਂ 5 ਹੋ ਗਏ, ਕਿਉਂਕਿ 4 ਅਸੀਂ ਆ, 5ਵੇਂ ਤੁਸੀਂ ਹੋ। ਪਰ ਤੁਸੀਂ ਗੱਲ ਉਲਟੀ ਕਹੀ ਜਾਂਦੇ ਹੋ ਕਿ ਪਹਿਲਾਂ ਮੈਂ ਇਕੱਲਾ ਨਹੀਂ ਸੀ, ਹੁਣ ਮੈਂ ਇਕੱਲਾ ਹੋ ਗਿਆ। ਇਹਦਾ ਮਤਲਬ ਕੀ ਹੈ? ਤਾਂ ਉਸ ਲਈ ਸੰਤ ਏਕਾਟ ਕਹਿੰਦੇ ਪਹਿਲਾਂ ਮੈਂ ਇਕੱਲਾ ਨਹੀਂ ਸੀ, ਪਹਿਲਾਂ ਮੈਂ ਅੰਦਰ ਆਪਣੇ ਯਾਰ ਨਾਲ ਸੀ, ਆਪਣੇ ਮਾਲਿਕ ਨਾਲ ਸੀ, ਆਪਣੇ ਰੱਬ ਨਾਲ ਸੀ, ਭਗਵਾਨ ਗੋਡ ਖੁਦਾ ਨਾਲ ਸੀ। ਪਰ ਹੁਣ ਤੁਸੀਂ ਆ ਗਏ, ਮੇਰੀ ਸੁਰਤੀ ਤੁਹਾਡੇ ਵੱਲ ਹੋ ਗਈ ਹੈ, ਤਾਂ ਹੁਣ ਮੈਂ ਜ਼ਰੂਰ ਇਕੱਲਾ ਆ। ਬੇਸ਼ੱਕ ਤੁਸੀਂ 4 ਵੀ ਮੇਰੇ ਕੋਲ ਹੋ, ਪਰ ਤੁਸੀਂ 4 ਕੀ ਪੂਰਾ ਸੰਸਾਰ ਵੀ ਉਹ ਨਹੀਂ ਕਰ ਸਕਦਾ ਜੋ ਉਸਨੇ ਕਰਨਾ ਹੈ, ਕਿਉਂਕਿ ਸਭ ਤੋਂ ਜ਼ਿਆਦਾ ਤਾਂ ਆਪਣਾ ਉਹੀ ਹੈ। ਬਾਕੀ ਤਾਂ ਜਿੰਨਾ ਮਰਜ਼ੀ ਕੋਈ ਨੇੜੇ ਹੋ ਕੇ ਬਹਿ ਜਾਵੇ, ਬੰਦਾ ਫਿਰ ਵੀ ਇਕੱਲੇ ਦਾ ਇਕੱਲਾ ਹੀ ਹੈ। ਇਹਦਾ ਸੋਚੋ ਜ਼ਰਾ, ਜੇ ਆਪਾਂ ਦੁਨਿਆਵੀ ਰਿਸ਼ਤੇਦਾਰਾਂ ਦੀ ਗੱਲ ਕਰੀਏ ਤਾਂ ਜਦੋਂ ਬੱਚਾ ਮਾਂ ਦੇ ਗਰਭ 'ਚ ਹੁੰਦਾ ਇਕੱਲਾ ਹੀ ਹੁੰਦਾ ਹੈ, ਉੱਥੇ ਵੀ ਉਹੀ ਇੱਕ ਯਾਰ, ਉਹੀ ਮਾਲਿਕ ਪਰਮਾਤਮਾ ਨਾਲ ਹੁੰਦਾ ਹੈ। ਤਾਂ ਕੱਲ ਨੂੰ ਜਦੋਂ ਬੰਦੇ ਨੇ ਦੁਨੀਆ ਤੋਂ ਜਾਣਾ ਹੈ, ਕਬਰ 'ਚ ਲੇਟਣਾ ਹੈ ਜਾਂ ਚਿਤਾ ਤੇ ਸੜਨਾ, ਤਾਂ ਉਦੋਂ ਵੀ ਰਿਸ਼ਤੇਦਾਰ, ਫਿਰ ਵੀ ਜਿੰਨੇ ਮਰਜ਼ੀ ਬੰਦਾ ਕਹੇ ਮੇਰੇ ਹਜ਼ਾਰਾਂ ਰਿਸ਼ਤੇਦਾਰ ਸੱਜਣ ਮਿੱਤਰ ਹੈ, ਪਰ ਉੱਥੇ ਵੀ ਬੰਦੇ ਨੇ ਇਕੱਲੇ ਨੇ ਜਾਣਾ ਹੈ ਬਾਹਰੀ ਤੌਰ ਤੇ, ਪਰ ਅੰਦਰੂਨੀ ਤੌਰ ਤੇ ਉੱਥੇ ਵੀ ਉਹਦਾ ਮਾਲਿਕ ਉਹਦੇ ਨਾਲ ਹੁੰਦਾ ਹੈ। ਇਸ ਲਈ ਇਹ ਸੰਤਾਂ ਫਕੀਰਾਂ ਦੀ ਜ਼ਿੰਦਗੀ ਸਾਨੂੰ ਕੀ ਸਿਖਾਉਂਦੀ ਹੈ, ਕੀ ਸਮਝਾਉਂਦੀ ਕਿ ਕਦੀ ਵੀ ਆਪਣੇ ਆਪ ਨੂੰ ਇਕੱਲੇ ਨਾ ਸਮਝੋ। ਜਦੋਂ ਇਕੱਲਾਪਨ ਲੱਗੇ, ਕੋਈ ਮੁਸੀਬਤ ਲੱਗੇ, ਕੋਈ ਮੁਸ਼ਕਿਲ ਲੱਗੇ, ਤਾਂ ਅੱਖਾਂ ਬੰਦ ਕਰਕੇ ਮਹਿਸੂਸ ਕਰੋ ਕਿ ਮੇਰਾ ਮਾਲਿਕ ਮੇਰੇ ਨਾਲ ਹੈ। ਮੈਂ ਕਿਉਂ ਡਰਾਂ, ਕਿਉਂ ਚਿੰਤਾ ਕਰਾਂ ਮੈਂ? ਕਿਉਂਕਿ ਜਦੋਂ ਤੱਕ ਧਿਆਨ ਦੁਨੀਆ ਵੱਲ ਹੋਏਗਾ, ਡਰ ਵੀ ਹੋਏਗਾ, ਫਿਕਰ ਵੀ ਹੋਏਗੀ, ਪਰ ਜਿੱਦਾਂ ਹੀ ਧਿਆਨ ਇਹ ਦੁਨੀਆ ਨੂੰ ਬਣਾਉਣ ਵਾਲੀ ਉਹ ਸ਼ਕਤੀ ਪਰਮ ਪਿਤਾ ਪਰਮਾਤਮਾ ਨਾਲ ਜੁੜ ਜਾਂਦਾ ਹੈ, ਤਾਂ ਫਿਰ ਬੰਦੇ ਨੂੰ ਪਤਾ ਲੱਗਦਾ ਹੈ ਕਿ ਜਿਹੜਾ ਪੂਰੇ ਸੰਸਾਰ ਨੂੰ ਬਣਾ ਸਕਦਾ, ਉਹਦੇ ਵਾਸਤੇ ਮੇਰਾ ਜੀਵਨ ਬਣਾਉਣਾ ਜਾਂ ਮੇਰੀ ਸੰਭਾਲ ਕਰਨੀ ਕੋਈ ਬੜੀ ਗੱਲ ਨਹੀਂ ਹੈ। ਜਿੱਦਾਂ ਸ਼ਿਵਲੀ ਨੇ ਕੀਤਾ ਕਿ ਜਦੋਂ ਮੈਂ ਸ਼ੇਰ ਨੂੰ ਆਂਦਿਆਂ ਦੇਖਿਆ, ਧਿਆਨ ਸ਼ੇਰ ਵੱਲ ਸੀ, ਉਦੋਂ ਡਰ ਸੀ, ਪਰ ਜਿੱਦਾਂ ਹੀ ਮੈਂ ਅੱਖਾਂ ਬੰਦ ਕੀਤੀਆਂ, ਧਿਆਨ ਆਪਣੇ ਮਾਲਿਕ ਨਾਲ ਜੁੜਿਆ, ਤਾਂ ਮੇਰਾ ਸਾਰਾ ਡਰ ਦੂਰ ਹੋ ਗਿਆ, ਕਿਉਂਕਿ ਉਹ ਮਾਲਿਕ ਤਾਂ ਸਭ ਦੇ ਅੰਦਰ ਵਸਦਾ ਹੈ। ਜਦੋਂ ਉਹਦੀ ਤਾਕਤ ਮੈਨੂੰ ਅੰਦਰੋਂ ਮਿਲੀ, ਉਹਦੇ ਸਾਥ ਦਾ ਮੈਨੂੰ ਅੰਦਰ ਪਤਾ ਲੱਗਾ, ਤਾਂ ਫਿਰ ਸਾਰਾ ਡਰ ਹੀ ਖਤਮ ਹੋ ਗਿਆ ਕਿ ਮੈਂ ਕਿਉਂ ਚਿੰਤਾ ਕਰਦਾ, ਉਹ ਬੈਠਾ ਮੈਨੂੰ ਬਚਾਉਣ ਵਾਲਾ, ਉਹ ਬੈਠਾ ਮੇਰੀ ਰੱਖਿਆ ਕਰਨ ਵਾਲਾ। ਇਸ ਲਈ ਤੁਸੀਂ ਵੀ ਇਹ ਵਿਸ਼ਵਾਸ ਰੱਖੋ ਕਿ ਜੇ ਜੀਵਨ 'ਚ ਕੋਈ ਮੁਸ਼ਕਿਲ ਪਰੇਸ਼ਾਨੀ ਆਉਂਦੀ ਹੈ ਨਾ, ਤਾਂ ਉਸ ਲਈ ਵਿਸ਼ਵਾਸ ਰੱਖੋ ਕਿ ਇੱਕ ਤਾਕਤ ਹੈ, ਜਿਹਨੂੰ ਗੁਰੂਆਂ ਨੇ ਕਿਹਾ ਤੂੰ ਮੇਰਾ ਰਾਖਾ ਸਭਨੀ ਥਾਈ। ਉਹ ਤਾਕਤ ਹੈ ਜੋ ਮੇਰੀ ਹਰ ਜਗ੍ਹਾ ਰੱਖਿਆ ਕਰ ਸਕਦੀ ਹੈ, ਉਹ ਤਾਕਤ ਹੈ, ਔਰ ਮੈਨੂੰ ਯਕੀਨ ਹੈ ਉਸ ਤੇ, ਉਹ ਮੇਰੀ ਰੱਖਿਆ ਜ਼ਰੂਰ ਕਰੇਗਾ, ਮੈਨੂੰ ਕਾਮਯਾਬੀ ਜ਼ਰੂਰ ਦੇਗਾ, ਮੈਨੂੰ ਸਫਲਤਾ ਜ਼ਰੂਰ ਦੇਗਾ। ਇਹਨੂੰ ਕਹਿੰਦੇ ਆਤਮ ਗਿਆਨ। ਇਸ ਲਈ ਕਬੀਰ ਸਾਹਿਬ ਕਹਿੰਦੇ ਕਿ ਜਦੋਂ ਆਪਣੀ ਸੁਰਤੀ ਨੂੰ ਅੰਦਰ ਜੋੜ ਕੇ ਸਾਨੂੰ ਆਪਣੀ ਆਤਮਾ ਦਾ ਗਿਆਨ ਹੁੰਦਾ ਹੈ, ਆਪਣੇ ਆਪ ਦੀ ਸਮਝ ਆਉਂਦੀ ਹੈ ਕਿ ਮੇਰੀ ਆਤਮਾ ਦੇ ਨਾਲ ਹੀ ਉਹ ਪਰਮ ਪਿਤਾ ਪਰਮਾਤਮਾ ਜੁੜਿਆ ਹੋਇਆ ਹੈ, ਤਾਂ ਫਿਰ ਬੰਦੇ ਦੇ ਸਾਰੇ ਡਰ ਹੀ ਖਤਮ ਹੋ ਜਾਂਦੇ ਹੈ, ਫਿਰ ਡਰ ਕੋਈ ਰਹਿੰਦਾ ਹੀ ਨਹੀਂ ਹੈ। ਫਿਰ ਬੰਦੇ ਦੀ ਇੱਦਾਂ ਦੀ ਸੁੱਖਾਂ ਨਾਲ ਤਾਰ ਜੁੜ ਜਾਂਦੀ ਹੈ ਕਿ ਬੰਦਾ ਚਿੰਤਾ ਹੀ ਕੋਈ ਨਹੀਂ ਕਰਦਾ। ਉਹ ਕਹਿੰਦਾ ਕਾਹਦੀ ਫਿਕਰ, ਜਦੋਂ ਬੈਠਾ ਹੈ ਮੇਰੇ ਨਾਲ। ਜਿੱਦਾਂ ਅਸੀਂ ਕਈ ਵਾਰ ਦੱਸੀਦਾ ਨਾ ਕਿ ਕੋਈ ਸੱਜਣ ਮਿੱਤਰ ਰਿਸ਼ਤੇਦਾਰੀ ਕਹਿ ਦੇਵੇ ਫਿਕਰ ਨਾ ਕਰ ਮੈਂ ਤੇਰੇ ਨਾਲ ਆ, ਤਾਂ ਉਹਦਾ ਬੰਦੇ ਨੂੰ ਹੌਸਲਾ ਮਿਲ ਜਾਂਦਾ ਹੈ। ਤਾਂ ਜਦੋਂ ਬੰਦਾ ਆਪਣੇ ਅੰਦਰ ਉਹ ਪਰਮ ਸ਼ਕਤੀ ਨੂੰ ਮਹਿਸੂਸ ਕਰ ਲੇਗਾ ਕਿ ਹਰ ਪਲ ਉਹ ਪਰਮ ਪਿਤਾ ਪਰਮਾਤਮਾ, ਪਰਮ ਸ਼ਕਤੀਸ਼ਾਲੀ ਉਹ ਈਸ਼ਵਰ, ਉਹ ਭਗਵਾਨ, ਉਹ ਪ੍ਰਭੂ ਮੇਰੇ ਨਾਲ ਹੈ, ਤਾਂ ਫਿਰ ਬੰਦੇ ਨੂੰ ਕਿੰਨਾ ਹੌਸਲਾ ਮਿਲੇਗਾ। ਸਮਝਦੇ ਹੋ ਕਿ ਨਹੀਂ? ਇਸ ਲਈ ਕਦੀ ਵੀ ਆਪਣੇ ਆਪ ਨੂੰ ਕਮਜ਼ੋਰ ਨਾ ਪੈਣ ਦਿਓ, ਕਦੀ ਵੀ ਕਿਸੇ ਡਰ ਨੂੰ, ਕਿਸੇ ਚਿੰਤਾ ਨੂੰ ਆਪਣੇ ਤੇ ਹਾਵੀ ਨਾ ਹੋਣ ਦਿਓ, ਬਲਕਿ ਆਪਣੇ ਵਿਸ਼ਵਾਸ ਨੂੰ, ਆਪਣੇ ਹੌਸਲੇ ਨੂੰ, ਆਪਣੇ ਅੰਦਰ ਉਹ ਪ੍ਰੇਮ ਨੂੰ ਅਸੀਂ ਬਲ ਦੇਣਾ ਹੈ, ਵਧਾਉਣਾ ਹੈ। ਡਰ ਨੂੰ, ਚਿੰਤਾ ਨੂੰ, ਟੈਨਸ਼ਨ ਨੂੰ ਅਸੀਂ ਆਪਣੇ ਤੇ ਹਾਵੀ ਨਹੀਂ ਹੋਣ ਦੇਣਾ। ਇਹ ਗੱਲ ਦਾ ਖਾਸ ਖਿਆਲ ਰੱਖਣਾ। ਇਸ ਲਈ ਪਿੱਛੇ ਜਿਹੇ ਇੱਕ ਸਤਸੰਗ 'ਚ ਹਿਮਾਚਲ ਦੇ ਵਿੱਚ ਸਤਸੰਗ ਦੀ ਉੱਤੇ ਗੱਲ ਦੱਸੀ ਸੀ, ਅਸੀਂ ਇੱਥੇ ਵੀ ਦੱਸਣਾ ਚਾਹਾਂਗੇ ਕਿਉਂਕਿ ਬੜਾ ਪਿਆਰਾ ਨੁਕਤਾ ਹੈ। ਇਹ ਨੁਕਤਾ ਤੁਸੀਂ ਵੀ ਨੋਟ ਕਰ ਲੈਣਾ, ਕਰੋਗੇ ਕਿ ਨਹੀਂ? ਜੋ ਸਤਸੰਗ ਦੇ ਕੁਝ ਇੱਦਾਂ ਦੇ ਪੁਆਇੰਟ ਹੁੰਦੇ ਨਾ ਜਿਹੜੇ ਬੜੇ ਪਿਆਰੇ ਹੁੰਦੇ ਆ, ਤਾਂ ਜਿਨ੍ਹਾਂ ਨੂੰ ਆਪਣੇ ਜੀਵਨ 'ਚ ਅਪਲਾਈ ਕਰਕੇ ਅਸੀਂ ਆਪਣੇ ਜੀਵਨ ਨੂੰ ਬਦਲ ਸਕਦੇ ਹਾਂ। ਉਹ ਨੁਕਤਾ ਹੁਣ ਦੱਸਣ ਲੱਗੇ, ਤੁਹਾਨੂੰ ਚੈੱਕ ਕਰ ਲੈਣਾ ਜ਼ਰਾ ਕਿ ਆਪਣੇ ਹਿਰਦੇ ਦੇ ਅੰਦਰ ਇੱਕ ਹੁੰਦਾ ਹਿਰਦਾ, ਇੱਕ ਹੁੰਦਾ ਇਹ ਸਾਡਾ ਦਿਮਾਗ ਜਿੱਥੇ ਸੋਚਾਂ ਚੱਲਦੀਆਂ ਹੈ, ਇੱਕ ਹੁੰਦਾ ਹਿਰਦਾ ਜਿੱਥੇ ਭਾਵਨਾਵਾਂ ਹੁੰਦੀਆਂ, ਫੀਲਿੰਗਸ ਹੁੰਦੀ ਹੈ, ਕਿਉਂਕਿ ਫੀਲਿੰਗਸ ਹਮੇਸ਼ਾ ਦਿਲ 'ਚ ਹੁੰਦੀਆਂ, ਤਾਂ ਸੋਚ ਹਮੇਸ਼ਾ, ਵਿਚਾਰ ਹਮੇਸ਼ਾ ਦਿਮਾਗ 'ਚ ਹੁੰਦੇ ਆ।
समझते हो कि नहीं? समझ लो कि दिल और दिमाग ये दो चीज़ां है, जिथे सोच है और जिथे भावनावां है। हुण तुसीं की करना है, अपने दिलों दिमाग दे विच, दिमाग विच विश्वास और दिल विच प्रेम, क्योंकि प्रेम हमेशा इत्थे हुंदा, प्रेम दिमाग 'च नहीं हुंदा। समझते हो कि नहीं? और जिहड़ा विश्वास है ना वो हमेशा इत्थे पैदा करना पैंदा अपनी सोच अंदर, कि मैनूं अपने मालिक ते पूरा विश्वास है। इसलिए अपने दिमाग दे विच, अपनी सोच विच विश्वास और अपने हिरदे दे विच प्रेम इन्ना भरपूर कर लो कि अपने दिलों दिमाग नूं प्रेम और विश्वास नाल भर लो, और फिर ਉਹਦੇ दरवाजे ते लिख के ला दो इत्थे जगह है नहीं, हाउसफुल। समझते हो कि नहीं? हुण कोई डर आवे, कोई चिंता आवे, कोई टेंशन आवे, कोई फिक्र आवे, तो फिर की कहना, भाई तेरे वास्ते अंदर हुण जगह नहीं है, जा चली जा इत्थों, जा दूर हो जा, क्योंकि हुण मेरे अंदर इन्ना मालिक दा प्यार है, इन्ना मालिक दा विश्वास भरिया है कि हुण चिंता वास्ते, डर वास्ते, टेंशन वास्ते कोई जगह है ही नहीं। हुण जदों कोई लगे ना कोई टेंशन की गल, तो नाल ही कहो है इहदे वास्ते जगह मेरे अंदर नहीं, ये तख्ती लगी हुई है इत्थे। जिद्दां कई बार बंदा थिएटर 'च जाता है, कई बार बंदा होटल 'च जाता है, किसी रेस्टोरेंट 'च जाता है ना, जिसले अंदर बैठन की जगह ना हो, स्पेस ना हो, तो बंदे नूं बाहर ही रोक दिता जाता कि भाई अंदर जगह है नहीं, किते होर जाओ। ताकि वे पार्किंग 'च बंदा गड्डी फुल होंदी, पार्किंग फुल होंदी तो बंदा गड्डी लैके जाता है, तो उस वेले की कहते हैं, भाई अगे लै जा गड्डी, इत्थे पार्किंग फुल है। हुण इसी तरह अपने दिमाग नूं विश्वास नाल फुल कर लो और अपने हिरदे नूं प्रेम नाल फुल कर लो, और उपर तख्ती ला दो हाउसफुल, या हिंदी च पंजाबी कह इत्थे जगह है नहीं, ताकि किसी किस्म की चिंता आंदियां देखो तो पहले ही कह दो आ रही है, पर इनू तो जगह ही है नहीं इत्थे, क्योंकि प्रेम नाल भरपूर है, विश्वास नाल भरपूर है, इनू जगह कित्थे है? कोई डर आ रहा है, कोई फिक्र है नहीं, जगह आएगी चली जाएगी, क्योंकि जो जगह ही ना देवांगे तो फिर आप ही सोचो किधर जाएगी, फिर उन्हें कितना किते जाना ही पेगा। इसलिए चेक करो अपने आप को, जे अंदर कोई टेंशन है, चिंता है किसी चीज़ नूं लैके, तो हुण इहनूं कढ दिओ और विश्वास नूं भरपूर कर लो। जरा समझना सारिਆਂ ने। और इसे एक गल कहांगे भी डरन की जरूरत भी की है। जरा सोचो, परमात्मा ने मिट्टी का पुतला बना के ये अंदर अपनी आत्मा रखी, अपनी आत्मा इसके अंदर रखी, और वो शक्तिशाली परमात्मा ने अपना अंश ये अंदर रखिया। वो एडी शक्तिशाली आत्मा ये अंदर इसलिए नहीं रखी कि तुसी डरदे फिरो, तुसी चिंता करदे फिरो, बल्कि वो शक्तिशाली परमात्मा ने ये शक्तिशाली आत्मा इसलिए रखी कि तुहाडे जीवन च जिद्दां दे मर्जी हालात हो, तुसी उहदा मुकाबला करन नूं हमेशा तैयार होवो। कि हालात बड़े नहीं है, पर मेरे अंदर जो अंश है ना परमात्मा दी, वो आत्मा बहुत बड़ी है, बहुत शक्तिशाली है, जिन्हों कोई हालात हरा नहीं सकते। जरा सोच के देखो, ये तो वही गल है कि कोई ताकत दिंदा है तुहानू, तो इसलिए नहीं दिंदा कि तुसी डरो, चिंता करो, फिक्र करो मेरा की बनेगा, बल्कि वो ताकत इसलिए तुहानू दित्ती जाती है कि तुसी ये ताकत का इस्तेमाल करो अपने रास्ते च आने वालियां मुश्किलों नाल लड़न विच, अपने रास्ते च आने वालियां परेशानियां नू हराउण विच ये ताकत का इस्तेमाल करो, क्योंकि ताकत का मतलब ही ये है। बोलो समझदे हो कि नहीं? नहीं तो बंदा की करदा, अज नत्थू लाल की गल याद आ गई कि नत्थू लाल नू ना जरा ध्यान देना, ये गल बड़ी समझण वाली है। एक कंपनी दे विच नत्थू लाल नू रख लिया गया, यानी एक कंपनी ज्वाइन कर ली, और नत्थू लाल का काम की सी, एक कंपनी के पैसे लैके इधरों वो दूजे बंदियां नू देने, कदी एक 10 लाख होना, कदी 20 लाख होना टैची दे विच, और नाल ही कंपनी के मालिक ने नत्थू लाल नूं एक रिवॉल्वर दे दिता, पिस्टल दे दिता कि लै भी ये रिवॉल्वर, ये पिस्टल इसलिए है क्योंकि तेरा कैश का काम है, इधरों कैश उधर लैके जानी है, रास्ते च कोई चोर उचक्का आंदा है तो तू इहदा अपने कोल रख इहनूं, तेरी सेफ्टी वास्ते। हुण नत्थू लाल नूं इन्नी गल कही तेरी सेफ्टी वास्ते, नत्थू लाल ने पा ली जेब च। हुण 2 दिन बीते तो किते ना कुछ गुंडे आए, चोर उचक्के आए, उन्होंने छुरा दिखाया, चाकू दिखाया, तो नत्थू लाल को वो पैसे वाला ब्रीफ केस लैके दौड़ गए, छुरा दिखा के, नाइफ चाकू दिखा के। नत्थू लाल घबराया हुआ अपने बॉस को आया, कहता बॉस बॉस बड़ी गड़बड़ हो गई। 4 नौजवान आए और आके मेरे को चाकू दिखा के मेरे को पैसे वाला बैग लैके चले गए। ਉਹ ਬੌਸ ਨੇ ਕਿਹਾ ਕਮਾਲ ਦੀ ਗੱਲ ਹੈ, ਚਾਕੂ ਦਿਖਾਇਆ, ਤੈਨੂੰ ਰਿਵਾਲਵਰ ਕਾਹਦੇ ਵਾਸਤੇ ਦਿੱਤੀ ਸੀ, ਪਿਸਤੌਲ ਕਾਹਦੇ ਵਾਸਤੇ ਦਿੱਤੀ ਸੀ, ਕਿੱਥੇ ਆ ਉਹ? ਕਹਿੰਦਾ ਜੀ ਹੈ ਮੈਂ ਫੜ ਕੇ ਰੱਖੀ ਸੀ।
मैं नहीं उन्होंने पता लगन दिता, मैं लुको के रखी सी। आ देख लो वो तो हैगी है। वो मत्थे हथ मारे, लुकाउण वास्ते थोड़ी है, ये फड़न वास्ते थोड़ी सी कि लुको के रख ली मैं कि किते ये ना ले जाण। वो ये हिफाजत वास्ते सी। जे तू कढ़ के एक गोली चला दिंदा तो वो चोर उचक्के ने उदां ही दौड़ जाना सी। नत्थू लाल कहंदा अच्छा दी गोली चलानी है, तुसीं कहंदे सेफ्टी वास्ते रखनी है। मैं तो कहंदी सेफ्टी करनी है, सेफ्टी यानी इनू सुरक्षित रखना है। तो बॉस ने सोचा चीज़ तो दे दी, काश मैनू सिखा भी दिंदा तो करना की है। हमें फिर ट्रेनिंग दी गई नत्थू लाल नूं कि इनू इदां चलाया जांदा, इदां कीता जांदा। जदों नत्थू लाल नूं पिस्तौल की ताकत का पता लगा कि इहदे की हो सकता, तो मुड़ के सारी जिंदगी किसी की हिम्मत नहीं पई उहदे कोलों लुट खो करन दी, क्योंकि उहनूं ताकत का पता लग गया तो इस्तेमाल किदां करना है। अज बंदे के हालात भी यही है कि रब सानू एडी शक्ति दे के अपनी आत्मा साडे अंदर पाई है, और जरा तुसीं जवाब दिओ कि परमात्मा कमजोर है? जवाब दिओ सानू। जिन्हों ईश्वर कहा जाता, अल्लाह कहा जाता, वाहेगुरु कहा जाता, अकाल पुरख कहा जाता है, जिसनों कई नाम गुरुआं रहबरां ने दिते है, वो परम शक्ति जिन्हों शक्तिशाली कहा जाता है, शक्तिमान कहा जाता है, कि वो कमजोर है? तो फिर तुहाडे अंदर कौन है? जरा सोच के देखो। उस शक्तिशाली परमात्मा की शक्तिशाली आत्मा तुहाडे अंदर है। वो शक्तिशाली आत्मा उन्हें इसीलिए साडे अंदर रखी है, शक्ति सानू इसीलिए दिती ताकि असी हर मुश्किल का सामना कर सकीए, हर बुरे तो बुरे हालात नू भी असी आसानी दे नाल गुजार सकीए। यानी किसी तरह का भी औखा वक्त आ जाए असी डरीए ना, बल्कि अपनी उस शक्ति का इस्तेमाल करिए। पर अज बंदा की है? बंदे का हाल वही नत्थू लाल वाला है कि रिवॉल्वर तो मिल गई पर फिर भी उसका इस्तेमाल करना नहीं आता, और कोई छुरी दिखाता तो डरी जाता है। अज बंदे मोरे भी छोटे छोटे हालात आते हैं, छोटी छोटिया परेशानियां आदि, बंदा डर के बह जाता है और ये नहीं सोचता कि मेरे अंदर एडी शक्तिशाली परमात्मा की शक्ति है, वो कहदे वास्ते, उसका इस्तेमाल मैं कदों करना है। इसलिए याद रखो, ये शक्ति का इस्तेमाल वही कर सकता है जिहदे अंदर विश्वास हुंदा है कि मैं कमजोर नहीं हाँ। समझते हो कि नहीं? पर बंदे की एक आदत देखी, बंदा अपने आप को कमजोर समझता है कि मैं तो लाचार हाँ, मैं बड़ा कमजोर हाँ। कई बार असीं देखिया कईयां नूं बोलदे हैं असीं जी बड़े कमजोर हैं, बड़े लाचार हैं। इसलिए जदों तुसीं अपने आप को कमजोर कहते हो तो तुसीं अपने रब की बेइज्जती करते हो। क्यों? जरा सोचो। ये तो उही गल है ना कि एक बादशाह तुहानूं करोड़ों का खजाना दे दिंदा तो तुसीं फिर कहंदे जी मैं बड़ा गरीब हाँ। तो बादशाह ने कहना कमाल की गल है, एडा वड्डा खजाना दे दिता हाले भी गरीब कहंदा, तो मेरी बेइज्जती है, तौहीन है मेरी। एक बच्चा BA का MA का सर्टिफिकेट लै रहा है, टीचर उन्होंने सर्टिफिकेट दे रहा है, तो बच्चा कहे मैं तो अनपढ़ जी, मैनू क्यों दे रहे हो? तो मास्टर ने कहना कमाल की गल है, 15 साल ला के तेन पढ़ा के इत्थे तक लिया, इन्नी मेहनत की, एडा वड्डा सर्टिफिकेट तेन दे रहे हैं, फिर अपने आप को अनपढ़ कही जाता है, ये तो तौहीन कर रहे हैं तू साडे कॉलेज की। इसी तरह जो छोटी छोटिया मुसीबतों तो असीं डर जाते हैं ना, छोटी छोटिया मुसीबतों तो असीं दौड़ते हैं, निराश होकर बह जाते हैं, छोटी छोटिया बीमारियां तो डर के निराश होकर बह जाते हैं, तो यह मतलब असीं अपने रब की तौहीन कर रहे हैं। वो एडा परम शक्तिशाली साडे नाल होवे, जरा सोचो, एडा परम शक्तिशाली साडे नाल होवे, ओदी शक्ति साडे अंदर होवे, ते असीं मुसीबतां तो डर जाइए, हालातां तो डर जाइए, ये बेइज्जती नहीं तो होर की है कि नहीं तौहीन? जरा सोचो। हुण एक बाप तुरिया होवे ना अपने बच्चे दे नाल, बच्चे नूं गोद च उठाया होवे, तो अगे छोटा जिहा कोई चूहा होवे या छोटी जी कोई चीज़ होवे तो बच्चा डरी जावे, तो बाप ने कहना पुत्त मैं तेरे नाल आ, फिर डरी जाना? इन्ना तो मेरे ते विश्वास कर कि मैं तेरे नाल आ। जे तू हाले भी डरी जाता है तो मतलब तेनू मेरे ते विश्वास है नहीं कि मेरा बाप है कुत्ते तो बिल्ले तो मैनू बचा लेगा। फिर यह मतलब बाप नू छोटा समझ लिया तो कुत्ते बिल्ले नू बड़ा समझ लिया कि डरी जाते हैं। हुण तुसीं रब नू बड़ा समझते हो या अपनी मुसीबतों नू बड़ा समझते हो? जवाब दिओ सानू। और परमात्मा बड़ा है या तुहाडियां परेशानियां बड़ियां है? तुहाडे हालात, बंदा कहता मेरे बहुत बुरे हालात है, होर जिन्ने मर्जी बुरे, पर रब दीयां रहमतां तो ज्यादा नहीं हो सकते। समझते हो कि नहीं? पूरी दुनिया का कहते सागर भी मिल जाए ना तो उहदियां रहमतां दे एक कतरे तो भी बड़ा छोटा है। ये गल याद रखना। कहते है ताही तो कहा है कि मैं सागर भी किसी गैर के हाथों से ना लूं, तू कतरा भी दे दे तो समुंदर है मुझे। एक सूफी फकीर शायर ने किया है कि कोई गैर होवे ना कवे कि मैं तेनू पूरा सागर दूंगा,
ਤਾਂ ਕਹਿੰਦੇ ਕਿਸੇ ਗੈਰ ਦੇ ਕੋਲੋਂ ਸਾਗਰ ਵੀ ਮੈਂ ਲੈਣ ਨੂੰ ਤਿਆਰ ਨਹੀਂ, ਪਰ ਉਹ ਮੇਰਾ ਰੱਬ ਇੱਕ ਕਤਰਾ ਵੀ ਮੈਨੂੰ ਦੇਣ ਨੂੰ ਤਿਆਰ ਹੋਵੇ ਨਾ, ਤਾਂ ਮੈਂ ਸਿਰ ਵੱਢ ਕੇ ਚਰਨਾਂ 'ਚ ਰੱਖ ਦੇਵਾਂ ਕਿ ਐ ਖੁਦਾ, ਐ ਮੇਰੇ ਮਾਲਿਕ, ਜੇ ਕਤਰਾ ਤੇਰੀ ਰਹਿਮਤ ਦਾ ਮਿਲ ਜਾਵੇ ਤਾਂ ਇਹ ਬੜੇ ਬੜੇ ਸਮੁੰਦਰਾਂ ਨਾਲੋਂ ਵੀ ਬੜਾ ਹੈ, ਕਿਉਂਕਿ ਸਮੁੰਦਰ ਖਤਮ ਹੋ ਸਕਦੇ ਆ ਪਰ ਤੇਰੀ ਰਹਿਮਤ ਦਾ ਕਤਰਾ ਇਹ ਖਤਮ नहीं हो सकता। वीडियो अच्छी लगी हो तो कृपया इसे शेयर जरूर करें। आपके शेयर करने से अगर किसी की जिंदगी में अच्छा बदलाव आता है, पॉजिटिव चेंज आती है, तो ये भी आपकी तरफ से किया गया एक नेक कर्म होगा, एक सेवा होगी। तो वीडियो को शेयर जरूर करें और वीडियो देखने के लिए सर्व संजय दरबार कांटियां शरीफ यूट्यूब चैनल को सब्सक्राइब करें और फेसबुक पेज को फॉलो करना ना भूलें। जय माता दी। जय